ਆਸਾ ਮਹਿਲਾ ਪਹਿਲਾ। ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਖਾਣਾ ਪੀਣਾ ਹੱਸਣਾ ਬਾਦ, ਜਬ ਲਗ ਹਿਰਦੈ ਨਾ ਆਵੇਂ ਯਾਦ। ਤਉ ਪਰਵਾਹ ਕੇਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ। ਰਹਾਉ ਮਨ ਕੀ ਮਤ ਮਤਾਗਲ ਮਤਾ, ਜੋ ਕਿਛ ਬੋਲੀਐ ਸਭ ਖਤੋ ਖਤਾ। ਕਿਆ ਮੋਲੈ ਕੀਜੈ ਅਰਦਾਸ, ਪਾਪ ਪੁੰਨ ਦੋਇ ਸਾਖੀ ਪਾਸ। ਜੈਸਾ ਤੂੰ ਕਰੈ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਹੀ ਕੋਇ। जेहि तू मत दे तेहि को पावै, तुदे आपे पावै तिवै चलावै। राग रतन परियां परवार, तिस विच उपजै अमृत सार। नानक करते का ए तन माल, जे को बूझै ਇਹ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਜਿਉਂ-ਜਿਉਂ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ, ਗੁਰੂ ਕਿਰਪਾ ਦੇ ਨਾਲ ਇੱਕ ਗੱਲ ਭਲੀ ਭਾਂਤ ਸਮਝ ਵਿੱਚ ਆਈ ਹੈ ਕਿ ਗੁਰਬਾਣੀ ਇੱਕ ਜੀਵਨ ਜਾਚ ਹੈ। ਕੋਈ ਸਮਾਂ ਐਸਾ ਸੀ ਜਦੋਂ ਹਰ ਗੁਰਸਿੱਖ ਮਾਈ ਭਾਈ ਥੋੜਾ ਪੜ੍ਹਿਆ ਜਾਂ ਬਹੁਤਾ ਪੜ੍ਹਿਆ। ਕਿਸੇ ਨੇ ਸੰਥਾ ਲਈ ਸੀ, ਕਿਸੇ ਨੇ ਨਹੀਂ ਸੀ ਲਈ, ਪਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਰੋਜ਼ ਕਰਦੇ ਸਨ। ਤੇ ਨਿਰੇ ਦਰਸ਼ਨ ਹੀ ਨਹੀਂ ਕਰਦੇ ਸਨ, ਇੱਕ ਅੱਧ ਪੰਨੇ ਦਾ ਪਾਠ ਵੀ ਕਰਦੇ ਸਨ। ਤੇ ਜਦੋਂ ਪਿਆਰ ਨਾਲ ਗੁਰੂ ਨਾਲ ਗੱਲਾਂ ਹੁੰਦੀਆਂ ਤੇ ਗੁਰੂ ਬੜਾ ਸਮਰੱਥ ਹੈ। ਜਿਵੇਂ ਬੱਚੇ ਛੋਟੇ ਨੂੰ ਤੁਰਨਾ ਨਹੀਂ ਆਉਂਦਾ ਤੇ ਉਹਦੇ ਮਾਤਾ ਪਿਤਾ ਉਹਦੀ ਉਂਗਲ ਫੜ ਕੇ ਉਹਨੂੰ ਤੁਰਨਾ ਸਿਖਾਉਂਦੇ। ਕਈ ਵਾਰੀ ਉਹ ਡਿੱਗ ਵੀ ਪੈਂਦਾ, ਉਹਨੂੰ ਫੇਰ ਵੀ ਹੌਸਲਾ ਦਿੰਦੇ ਨੇ, ਕੋਈ ਗੱਲ ਨਹੀਂ, ਕੀੜੀ ਦਾ ਆਟਾ ਰੁਲ ਗਿਆ। ਉਹਨੂੰ ਨਿਰਾਸ਼ ਨਹੀਂ ਸਨ ਕਰਦਾ। ਪਰ ਕੁਝ ਸਮੇਂ ਤੋਂ ਮੈਂ ਦੇਖ ਰਿਹਾ ਕਿ ਹੁਣ ਧਰਮ ਧੰਦਾ ਬਣ ਕੇ ਰਹਿ ਗਿਆ, ਔਰ ਬਾਣੀ ਦੇ ਪਾਠ ਕੁਝ ਇਸ ਤਰੀਕੇ ਨਾਲ ਕੀਤੇ ਕਰਾਏ ਜਾ ਰਹੇ ਨੇ ਕਿ ਵਿਚਾਰ ਵਾਲਾ ਪੱਖ ਜਿਹੜਾ ਉਹ ਗੁਰਸਿੱਖਾਂ ਤੋਂ ਕਾਫੀ ਦੂਰ ਚਲਾ ਗਿਆ। ਕੁਝ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਜਿਨ੍ਹਾਂ ਨੇ ਇਹੋ ਜਿਹੇ ਉਦਮ ਉਪਰਾਲੇ ਕਰਨੇ ਸਨ। ਹਾਂ, ਇੱਕ ਟਕਸਾਲ ਦਾ ਨਾਮ ਬੜਾ ਸ਼੍ਰੋਮਣੀ ਹੈ, ਕਿਉਂਕਿ ਦਾਸ ਵੀ ਬਚਪਨ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਾਸੋਂ ਸੰਥਾ ਲੈਣ ਲਈ ਮੈਨੂੰ ਯਾਦ ਹੈ ਕਿ ਉਹ ਮਹੀਨਾ, ਡੇਢ ਮਹੀਨਾ, 2-2 ਮਹੀਨੇ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਆ ਕੇ ਠਹਿਰਿਆ ਕਰਦੇ ਸਨ। ਮੈਂ ਜਵਾਨ ਸੀ, 30 ਕਿਲੋਮੀਟਰ ਸਾਈਕਲ ਚਲਾ ਕੇ ਜਾਂਦਾ ਸੀ। ਸੰਥਾ ਲੈ ਕੇ ਆਉਣਾ, ਫਿਰ ਆਪਣੀ ਡਿਊਟੀ ਵੀ ਕਰਨੀ, ਕੋਈ ਥਕਾਵਟ ਨਹੀਂ ਸੀ, ਚਿੱਤ ਵਿੱਚ ਚਾਅ ਸੀ ਬੜਾ। ਹੁਣ ਉਹੋ ਜਿਹੇ ਉਪਰਾਲੇ ਜਿਹੜੇ ਨੇ ਉਹ ਲਗਭਗ, ਮੈਂ ਇਹ ਤੇ ਨਹੀਂ ਕਹਿ ਸਕਦਾ ਕਿ ਬਿਲਕੁਲ ਨਹੀਂ, ਪਰ ਬੜੇ ਘੱਟ ਗਏ। ਤੇ ਹੁਣ ਤਾਂ ਬਸ ਇਹ ਹੈ ਜੀ, ਪਾਠਾਂ ਦੀਆਂ ਲੜੀਆਂ ਚਲਾਓ, ਪਾਠਾਂ ਦੇ ਪੈਸੇ ਜਮ੍ਹਾਂ ਕਰਾਓ, ਤੁਹਾਨੂੰ ਘਰ ਬੈਠੇ ਹੁਕਮਨਾਮਾ ਪਹੁੰਚ ਜਾਏਗਾ, ਬਸ ਤੁਸੀਂ ਖੁਸ਼ ਹੋ ਜਾਓ ਵੀ ਸਾਡੇ ਪਾਠ ਦਾ ਆਰੰਭ ਹੋ ਗਿਆ ਤੇ ਭੋਗ ਪੈ ਜੀ। ਪਰ ਸਾਧ ਸੰਗਤ,
ਗੁਰਬਾਣੀ ਦੀ ਵਿਚਾਰ ਕੀਤੇ ਤੋਂ ਬਿਨਾਂ ਜੀਵਨ ਜਾਚ ਨਹੀਂ ਪਤਾ ਲੱਗ ਸਕਦਾ। ਹੁਣ ਇਹ ਸ਼ਬਦ ਜਿਸ ਦਾ ਪਾਠ ਤੁਸੀਂ ਸੁਣਿਆ, ਪਹਿਲਾਂ ਵੀ ਸੁਣਿਆ ਹੋਵੇਗਾ, ਮੇਰੇ ਵਰਗੇ ਪਾਠੀ ਨੇ ਪਤਾ ਨਹੀਂ ਕਿੰਨੀ ਵਾਰ ਪੜ੍ਹਾਇਆ ਹੋਵੇਗਾ, ਪਰ ਜਿਉਂ-ਜਿਉਂ ਮੈਂ ਇਸ ਦੀ ਵਿਚਾਰ ਕਰਦਾ ਤਾਂ ਮੈਨੂੰ ਸਮਝ ਆਉਂਦੀ ਹੈ ਕਿ ਇਹ ਪਾਠ ਨਿਰਾ ਪਾਠ ਨਹੀਂ, ਇਹ ਜੀਵਨ ਜਾਚ ਹੈ। ਅਸੀਂ ਕਿਸ ਤਰ੍ਹਾਂ ਜੀਵਨ ਵਿੱਚ ਸਫਲ ਹੋ ਸਕਦੇ ਹਾਂ, ਅਸੀਂ ਕਿਸ ਤਰ੍ਹਾਂ ਜੀਵਨ ਵਿੱਚ ਬੇਪਰਵਾਹ ਵੀ ਹੋ ਸਕਦੇ ਹਾਂ। ਲਾਪਰਵਾਹ ਨਹੀਂ, ਬੇਪਰਵਾਹ। ਲਾਪਰਵਾਹ ਤੇ ਅਣਗਹਿਲੀ ਹੁੰਦੀ ਹੈ, ਤੇ ਬੇਪਰਵਾਹ ਦਾ ਮਤਲਬ ਹੈ ਨਿਸ਼ਚਿੰਤ ਹੋ ਜਾਣਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਉ ਪਰਵਾਹ ਕੇ ਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ ਰਹਾਉ। ਆਖਿਆ, ਜੇ ਮਨੁੱਖਾ ਜਨਮ ਲੈ ਕੇ ਇਸ ਜਨਮ ਵਿੱਚ ਕਿਛ ਲੀਜੀ ਲੀਜੈ, ਕੁਝ ਲਾਹ ਪ੍ਰਾਪਤ ਕਰੀ, ਕੁਝ ਲੈਣਾ ਕਰੀ, ਕੁਝ ਗ੍ਰਹਿਣ ਕਰਨਾ ਕਰੀ। ਉਹ ਲੈਣਾ ਕੀ ਹੈ? ਇਹ ਗੁਰੂ ਕੋਲੋਂ ਸਿੱਖਣਾ। ਗੁਰੂ ਸਾਹਿਬ ਸਾਨੂੰ ਹਰ ਗੱਲ ਸਮਝਾਉਂਦੇ। ਜੇ ਤੁਸੀਂ ਜਾਗਣਾ ਤੇ ਕਿੱਥੇ ਜਾਗਣਾ, ਜੇ ਤੁਸੀਂ ਲੱਗਣਾ ਤੇ ਕਿੱਥੇ ਲੱਗਣਾ, ਜੇ ਤੁਸੀਂ ਤਿਆਗਣਾ ਤੇ ਕੀ ਤਿਆਗਣਾ, ਜੇ ਤੁਸੀਂ ਮੰਗਣਾ ਤੇ ਕੀ ਮੰਗਣਾ। ਜੇ ਤੁਸੀਂ ਗੁਰੂ ਦੇ ਦੱਸੇ ਅਨੁਸਾਰ ਲੱਗ ਜਾਓ ਹਰੀ ਕੀਰਤਨ ਤੇ, ਤਿਆਗ ਦਿਓ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਮੰਗ ਲਓ ਪਰਮਾਤਮਾ ਦਾ ਨਾਮ, ਸ਼ਬਦ ਤੁਹਾਨੂੰ ਯਾਦ ਹੋਣਗੇ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਲੱਗਣਾ ਲੱਗਣ ਨੀਕਾ, ਗੁਰ ਚਰਨੀ ਮਨ ਲੱਗਣਾ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਕਉ ਨਾਨਕ ਤਿਸ ਸਭ ਕੁਝ ਨੀਕਾ, ਜੋ ਪ੍ਰਭ ਕੀ ਸ਼ਰਨਾਗਨਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਤਉ ਪਰਵਾਹ ਕੇ ਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ। ਹੁਣ ਇੱਕ ਜਨਮ ਦੇ ਮੰਮੇ ਨੂੰ ਸਿਆਰੀ ਹੈ, ਦੂਜੇ ਜਨਮ ਦੇ ਮੰਮੇ ਨੂੰ ਫਿਰ ਸਿਆਰੀ। ਇਹਦਾ ਕੀ ਮਤਲਬ ਹੈ? ਜਨਮ ਵਿੱਚ ਜਨਮ ਲੈ ਕੇ ਮਨੁੱਖਾ ਜਨਮ ਤੇ ਮਿਲ ਗਿਆ, ਅਸੀਂ ਇਹਦੀ ਕਦਰ ਨਹੀਂ ਕੀਤੀ, ਕੀਮਤ ਨਹੀਂ ਕੀਤੀ। ਅਸੀਂ ਇਸ ਨੂੰ ਖਾਣ ਪੀਣ ਇਹਨਾਂ ਐਸ਼ੋ ਇਸ਼ਰਤ ਵਿੱਚ ਲਾ ਦਿੱਤਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜੇ ਤਾਂ ਜਨਮ ਲੈ ਕੇ ਕਿਛ ਲੀਜੀ ਲੀਜੈ, ਜੇ ਪਰਮਾਤਮਾ ਦੇ ਲੈਣ ਯੋਗ ਪਦਾਰਥ ਨਾਮ ਨੂੰ ਲੈ ਲਈਏ, ਫਿਰ ਬੇਪਰਵਾਹ ਹੋ ਜਾਓ। ਤਉ ਪਰਵਾਹ ਕੇ ਹੀ ਕਿਆ ਕੀਜੈ, ਪਹਿਲਾਂ ਆਖਰੀ ਅਰਥ ਸਮਝਣੇ ਨੇ, ਫਿਰ ਉਹਦੇ ਭਾਵ ਅਰਥ ਸਮਝਣੇ। ਤਉ ਦਾ ਮਤਲਬ ਹੈ ਤਦੋਂ, ਪਰਵਾਹ ਕੇ ਹੀ ਕਿਆ ਕੀਜੈ, ਫਿਰ ਕਿਸੇ ਦੀ ਕੀ ਪਰਵਾਹ ਕਰਨ ਦੀ ਲੋੜ ਹੈ, ਫਿਰ ਕਿਸੇ ਤੋਂ ਡਰਨ ਦੀ ਕੀ ਲੋੜ ਹੈ। ਜਿਵੇਂ ਅਸੀਂ ਕਹਿ ਦਿੰਦੇ ਹਾਂ, ਮੈਨੂੰ ਨਹੀਂ ਕਿਸੇ ਦੀ ਪਰਵਾਹ। ਇਹ ਬੇਪਰਵਾਹੀ ਕਦੋਂ ਆਉਂਦੀ ਹੈ? ਮੇਰੀ ਅਨਪੜ੍ਹ ਮਾਤਾ ਹਮੇਸ਼ਾ ਕਹਿੰਦੇ ਸਨ, ਪੁੱਤਰ ਜੇ ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਕਿਤਨੀ ਸਰਲ ਜੀ ਗੱਲ ਹੈ। ਜੇ ਪੱਲੇ ਸੱਚ ਹੋਵੇ, ਜੇ ਪੱਲੇ ਪਰਮਾਤਮਾ ਦਾ ਨਾਮ ਹੋਵੇ, ਜੇ ਪੱਲੇ ਸਿੱਖ ਕੋਲ ਗੁਰੂ ਦੀ ਦੱਸੀ ਹੋਈ ਜੀਵਨ ਜਾਚ ਹੋਵੇ, ਫਿਰ ਉਹਨੂੰ ਕਿਸੇ ਦੀ ਪਰਵਾਹ ਕਰਨ ਦੀ ਕੀ ਲੋੜ। ਡਰੇਗਾ ਤੇ ਉਹ ਜਿਹੜਾ ਗਲਤ ਕੰਮ ਕਰੇ, ਤੇ ਜਿਸ ਨੇ ਡਰਨਾ ਪਰਮਾਤਮਾ ਦੇ ਡਰ ਤੋਂ ਹੈ ਤੇ ਮਾੜੇ ਕੰਮਾਂ ਤੋਂ ਬਚ ਕੇ ਰਹਿਣਾ ਹੈ, ਉਹਨੂੰ ਕਾਹਦੀ ਪਰਵਾਹ। ਤਉ ਪਰਵਾਹ ਕੇ ਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ। ਭਾਈ ਮਨੁੱਖਾ ਜਨਮ ਲੈ ਕੇ ਲੈਣ ਵਾਲੀ ਕੋਈ ਚੀਜ਼ ਲਵੋ ਤੇ ਗੁਰੂ ਕੋਲ ਸਿੱਖੋ ਵੀ ਕੀ ਲੈਣਾ ਤੇ ਕੀ ਨਹੀਂ ਲੈਣਾ। ਇਹਨੂੰ ਕਹਿੰਦੇ ਨੇ ਵਿਵੇਕ। ਪੁੱਛੋ ਗੁਰੂ ਅਰਜਨ ਦੇਵ ਜੀ। ਪਾਤਸ਼ਾਹ ਕਹਿੰਦੇ, ਮੈਂ ਬੜੇ ਕਰਮ ਕਾਂਡ ਕਰਨ ਵਾਲੇ ਦੇਖੇ ਹਨ,
हार पर्यो स्वामी के द्वारे, दीजै बुद्ध विवेका। मैं हार के गुरु की शरण विच आ गया। महाराज मेरी बुद्धि विच विवेक बख्शो, मैनू वो सोझी बख्शो कि मैं की करना ते की नहीं करना, मैं की लेना ते की नहीं लेना। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਮੱਥਾ ਟੇਕਣ, ਰਮਾਲੇ ਚੜਾਉਣ ਤੇ ਦੁੱਖਾਂ ਸੁੱਖਾਂ ਵਿੱਚ ਉਹਨਾਂ ਦਾ ਆਸਰਾ ਤੱਕਣ ਤੋਂ ਇਲਾਵਾ ਭੁੱਲ ਗਏ ਸਭ। ਗੁਰੂ ਗ੍ਰੰਥ ਸਾਹਿਬ ਜੀ ਉਹ ਜੀਵਨ ਜਾਚ ਦੱਸ ਰਹੇ ਨੇ। ਤਉ ਪਰਵਾਹ ਕੇਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ। ਜੇ ਮਨੁੱਖਾ ਜਨਮ ਲੈ ਕੇ ਕਿਸੇ ਲੈਣ ਵਾਲੀ ਚੀਜ਼ ਨੂੰ ਜੋ ਗੁਰੂ ਜੀ ਕਹਿੰਦੇ ਨੇ ਉਹ ਲਵੋ, ਫਿਰ ਤੁਹਾਨੂੰ ਕਿਸੇ ਤਰ੍ਹਾਂ ਦੀ ਪਰਵਾਹ ਨਹੀਂ। ਸੰਤਨ ਅਵਰਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਕ ਸੁਆਮੀ। ਊਚ ਸਮਾਨਾ ਠਾਕੁਰ ਤੇਰੋ, ਅਵਰਨ ਕਾਹੂ ਤਾਨੀ। ऐसो अमर मिलो भगतन को, राच रहे रंग ज्ञानी। रोग सोग दुख जरा मरा, हर जने नहीं निकटानी। निरपौ होए रहे लिवे कह, नानक हर मन मानी। गुरु जी तो रोज कह रहे ने, प्यारिओ जाको आए सोई बेहाजो, हर गुर ते मन है बसेरा। निज घर महल पावो सुख सहजे, बहुर न होए गो फेरा। जे होर कुछ नहीं कर सकते ते अरदास से करो, अंतरजामी पुरख विधाते, शरदा मन की पूरे। नानक दास यह सुख मंगे, मोह को कर संतन की धूरे। तो परवाह के ही क्या कीजै, ਜਨਮ ਜਨਮ ਕਿਛ ਲੀਜੀ ਲੀਜੈ। ਭਾਈ ਮਨੁੱਖਾ ਜਨਮ ਤੇ ਮਿਲ ਗਿਆ, ਇਸ ਜਨਮ ਵਿੱਚ ਲੈਣ ਵਾਲੀ ਚੀਜ਼ ਵੀ ਲਵੋ। ਅਸੀਂ ਤੇ ਸ਼ਰਾਬ ਦੇ ਠੇਕਿਆਂ ਤੇ ਜਾਣ ਜਾਂਦੇ, ਅਸੀਂ ਤੇ ਸ਼ਰਾਬ ਦੇ ਸ਼ਰਧਾਲੂ ਬਣ ਗਏ ਹਾਂ। ਉਹ ਪੰਜਾਬ ਦੀ ਧਰਤੀ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ, ਅੱਜ ਉੱਥੇ 5 ਦਰਿਆਵਾਂ ਦੀ ਬਜਾਏ 6ਵਾਂ ਦਰਿਆ ਚੱਲ ਰਿਹਾ। ਫਿਰ ਸਾਡਾ ਜੀਵਨ ਕਿਵੇਂ ਬਣੇਗਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮੈਂ ਗੁਣ ਗੱਲਾਂ ਕੇ ਸਿਰ ਭਾਰ। ਮੈਂ ਮੇਰੇ ਵਿੱਚ ਕਿਹੜੇ ਗੁਣ ਨੇ? ਬਸ ਗੱਲਾਂ ਦੇ ਸਿਰ ਤੇ ਭਾਰ ਚੁੱਕੇ ਹੋਏ। ਸਿਰ ਦੇ ਲਾਰੇ ਨੂੰ ਸਿਹਾਰੀ ਹੈ। ਅਸੀਂ ਪੰਡ ਚੁੱਕਦੇ ਹਾਂ ਨਾ, ਭਾਰ ਚੁੱਕਦੇ ਹਾਂ ਸਿਰ ਉੱਤੇ। ਅਸੀਂ ਤੇ ਗੱਲਾਂ ਦੇ ਭਾਰ ਸਿਰ ਤੇ ਚੁੱਕੇ ਹੋਏ। ਆਮ ਜ਼ਿਮੀਂਦਾਰ ਬੋਲੀ ਹੈ, ਜਦੋਂ ਪੱਠੇ ਵੱਢ ਕੇ ਪੰਡ ਤਿਆਰ ਹੋ ਜਾਏ ਤੇ ਉਹਨੂੰ ਕਹਿੰਦੇ ਭਾਰ। ਤੇ ਅਸੀਂ ਤੇ ਗੱਲਾਂ ਦੇ ਸਿਰ ਤੇ ਭਾਰ ਚੁੱਕੇ ਹੋਏ। ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਆਖਿਆ ਜ਼ਰੂਰ ਗੱਲਾਂ ਤੁਸੀਂ ਭਾਰ ਚੁੱਕੇ ਨੇ, ਜੇ ਗੱਲਾਂ ਦੇ ਹੀ ਚੁੱਕਣੇ ਨੇ ਫਿਰ ਸਿਰਜਣਹਾਰ ਦੀਆਂ ਗੱਲਾਂ ਕਰੋ। ਫਿਰ ਉਹ ਪਰਮਾਤਮਾ ਦੀ ਸਿਫਤ ਸਲਾਹ ਕਰੋ। ਪਰ ਅਸੀਂ ਤੇ ਗੱਲਾਂ ਦੇ ਭਾਰ ਚੁੱਕੇ ਹੋਏ। ਗੱਲੀ ਹੋ ਮੈਂ ਸੁਹਾਗਣ ਭੈਣੇ, ਕੰਤ ਨ ਕਬਹੂ ਮੈਂ ਮਿਲਿਆ। ਸਾਡੀ ਹਾਲਤ ਤੇ ਉਹ ਬਣੀ ਹੋਈ। ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਕਿਸੇ ਨੂੰ ਬੋਲਣ ਨਹੀਂ ਦਿੰਦੇ, ਅਸੀਂ ਉੱਤੋਂ ਦੀ ਹੋ ਕੇ ਜਾਂਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ, ਪਿਆਰਿਓ ਇਹ ਸਾਡੀ ਅੰਦਰਲੀ ਦਸ਼ਾ ਹੈ। ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਗੱਲਾਂ ਤੇ ਕਰਨੀਆਂ ਸਨ ਸਿਰਜਣਹਾਰ ਦੀ। ਸਤਸੰਗ ਕਰਨੀ ਸੀ ਤੇ ਕਹਿਣਾ ਸੀ, ਆਵੋ ਭੈਣੇ ਗਲ ਮਿਲਾਂ, ਮਿਲੀ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ, ਸਮਰਥ ਕੰਤ ਕੀਆਂ। ਗੁਰਦੁਆਰੇ ਤੇ ਅਸੀਂ ਬਣਾ ਲਏ, ਬਰਾਦਰੀਆਂ ਦੇ ਨਾਂ ਤੇ ਬਣਾ ਲਏ, ਗੁਰੂਆਂ ਦੇ ਨਾਂ ਤੇ ਬਣਾ ਲਏ, ਸੰਤਾਂ ਦੇ ਨਾਮ ਤੇ ਬਣਾ ਲਏ,
ਪਰ ਜੋ ਕੁਝ ਉੱਥੋਂ ਲੈਣਾ ਸੀ ਉਹ ਲਿਆ ਹੀ ਨਹੀਂ। ਖਿਮਾ ਕਰ, ਇਹ ਬੜੀ ਦੁਖਦਾਈ ਪੱਖ ਹੈ। ਗੁਰਦੁਆਰਾ ਸਾਨੂੰ ਗੁਰੂ ਨਾਲ ਜੋੜਨ ਦਾ ਇੱਕ ਸਾਧਨ ਸੀ। ਅਸੀਂ ਗੁਰਦੁਆਰੇ ਵੰਡ ਲਏ, ਅਸੀਂ ਉੱਥੇ ਪਰਮੇਸ਼ਰ ਦੀਆਂ ਗੱਲਾਂ ਛੱਡ ਦਿੱਤੀਆਂ ਤੇ ਬਰਾਦਰੀਆਂ ਦੀਆਂ ਗੱਲਾਂ ਲਿਆਂਦੀਆਂ। ਇਹ ਫਲਾਣਿਆਂ ਦਾ ਗੁਰਦੁਆਰਾ ਹੈ, ਫਲਾਣਿਆਂ ਦਾ ਗੁਰਦੁਆਰਾ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਭਾਈ ਜੇ ਗੱਲਾਂ ਲੈਣੀਆਂ ਨੇ ਤਾਂ ਸਿਰਜਣਹਾਰ ਦੀਆਂ ਗੱਲਾਂ ਕਰੋ, ਉੱਥੇ ਬਹਿ ਕੇ ਸਤਸੰਗ ਕਰੋ, ਉੱਥੇ ਬਹਿ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰੋ। ਗੁਰਦੁਆਰੇ ਦਾ ਮਤਲਬ ਇਹ ਹੈ, ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲੈਂਦਾ ਭਾਲਕ ਹੈ, ਜਿੱਥੇ ਪਰਮਾਤਮਾ ਦੀਆਂ ਗੱਲਾਂ ਹੋਣ। ਪਰ ਸਾਡੀ ਹਾਲਤ ਕੀ? ਖਾਣਾ ਪੀਣਾ, ਹੱਸਣਾ, ਬਾਦ, ਅਸੀਂ ਇਹਨਾਂ ਚੀਜ਼ਾਂ ਵਿੱਚ ਲੱਗੇ ਹੋਏ। ਜਿਹੜੇ ਕੰਮ ਫਜ਼ੂਲ ਨੇ ਉਹ ਸਾਡੇ ਵਾਸਤੇ ਮਹੱਤਵਪੂਰਨ ਹੋ ਗਏ। ਮੇਰਾ ਇਹ ਮਤਲਬ ਨਹੀਂ ਕਿ ਅਸੀਂ ਖਾਈਏ ਨਾ, ਪਰ ਗੁਰੂ ਕੋਲੋਂ ਪੁੱਛੀਏ ਕੀ ਖਾਈਏ ਤੇ ਕੀ ਨਾ ਖਾਈਏ। ਪੀਵੀਏ ਨਾ, ਗੁਰੂ ਨੇ ਦੱਸਿਆ ਕੀ ਪੀਣਾ ਕੀ ਨਹੀਂ ਪੀਣਾ। ਪੜ੍ਹੋ ਬਾਬੇ ਦੀ ਬਾਣੀ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ। ਇਹੋ ਜਿਹਾ ਖਾਣਾ ਨਾ ਖਾਓ, ਇਹੋ ਜਿਹਾ ਪੀਣਾ ਨਾ ਪੀਓ ਜਿਸ ਪੀਣ ਕਰਕੇ ਪਾਤਸ਼ਾਹ ਤੇ ਰੋਜ਼ ਸਾਨੂੰ ਕਹਿੰਦੇ, ਐਸਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਨਾਨਕ ਐਸਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਅੱਜ ਤੇ ਇਹੋ ਜਿਹੇ ਸਰੋਤੇ ਹੋ ਗਏ ਨੇ, ਬਾਬਾ ਜੀ ਤੁਸੀਂ ਕਿਹੜਾ ਪੀ ਕੇ ਵੇਖਿਆ, ਤੁਹਾਨੂੰ ਕਿਹੜਾ ਸਵਾਦ ਦਾ ਪਤਾ। ਲੋ, ਗੁਰੂ ਦੀ ਗੱਲ ਤੋਂ ਵੀ ਉੱਤੇ ਲੰਘ ਗਏ। ਗੁਰੂ ਸਾਹਿਬ ਕੀ ਕਹਿ ਰਹੇ? ਖਾਣਾ ਪੀਣਾ ਹੱਸਣਾ ਬਾਦ, ਜਬ ਲਗ ਹਿਰਦੈ ਨਾ ਆਵੇਂ ਯਾਦ। ਹੇ ਵਾਹਿਗੁਰੂ, ਜਦੋਂ ਤੀਕਰ ਤੂੰ ਹਿਰਦੇ ਵਿੱਚ ਯਾਦ ਨਹੀਂ ਆਉਂਦਾ, ਇਹ ਸਾਡਾ ਖਾਣਾ ਪੀਣਾ ਹੱਸਣਾ ਸੌਣਾ ਸਭ ਬੇਕਾਰ ਹੈ। ਬਾਦ ਦਾ ਮਤਲਬ ਹੁੰਦਾ ਹੈ ਫਜ਼ੂਲ, ਵਿਅਰਥ। ਪੁੱਛੋ ਗੁਰੂ ਬਾਬੇ ਨੂੰ। ਗੁਰੂ ਅੰਗਦ ਦੇਵ ਜੀ ਤਾਂ ਕਹਿੰਦੇ ਨੇ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ। ਗੁਰੂ ਨਾਨਕ ਪਾਤਸ਼ਾਹ ਨੇ ਕੈਸੀ ਜੀਵਨ ਜਾਚ ਆਖਿਆ, ਪਿਆਰਿਓ ਅਸੀਂ ਤੇ ਗੱਲਾਂ ਦੀਆਂ ਪੰਡਾਂ ਚੁੱਕੀਆਂ ਹੋਈਆਂ। ਜਿਹੜੀਆਂ ਗੱਲਾਂ ਪਰਮੇਸ਼ਰ ਦੀਆਂ ਕਰਨੀਆਂ ਸਨ, ਉਧਰ ਸਾਡਾ ਧਿਆਨ ਹੀ ਕੋਈ ਨਹੀਂ। ਮੈਂ ਆਪਣੇ ਬਚਪਨ ਵਿੱਚ ਉਹ ਸਮਾਂ ਦੇਖਿਆ ਜਦੋਂ ਗੁਰੂ ਘਰ ਦੇ ਅੰਦਰ ਸੰਗਤਾਂ ਦੇ ਹੜ ਹੁੰਦੇ ਸਨ। ਹੜ ਤਿਲ ਧਰਨ ਦੀ ਥਾਂ ਨਹੀਂ ਸੀ ਹੁੰਦੀ। ਪੁਰਾਣੇ ਬਜ਼ੁਰਗ ਜਾਗਦੇ ਸਨ, ਕਹਿੰਦੇ ਨਾ ਭਾਈ ਕੋਈ ਕੱਚੀ ਬਾਣੀ ਨਹੀਂ ਬੋਲਣੀ, ਕੋਈ ਕੱਚੀ ਗੱਲ ਨਹੀਂ ਕਰਨੀ। ਕਿਸੇ ਪ੍ਰਚਾਰਕ ਦੀ ਜੁਰਤ ਨਹੀਂ ਸੀ ਕਿ ਕੋਈ ਗੱਲ ਗੁਰਮਤ ਦੇ ਉਲਟ ਕਰਕੇ ਤੇ ਬਾਹਰ ਨਿਕਲ ਜਾਏ। ਅਗਲੇ ਉੱਥੇ ਘੇਰ ਕੇ ਪੁੱਛ ਲੈਂਦੇ ਸੀ ਵੀ ਕਿਉਂ ਬਈ ਇਹ ਕਿੱਥੋਂ ਲਿਆ ਤੂੰ, ਇਹ ਜੋ ਸਾਨੂੰ ਸੁਣਾਇਆ ਤੂੰ ਇਹ ਕਿੱਥੋਂ ਲਿਆ। ਇਹ ਸੀ ਜਾਗਰਤੀ। ਤੇ ਹੁਣ ਪ੍ਰਚਾਰਕ ਹੀ ਆਪਸ ਵਿੱਚ ਸਿੰਘ ਫਸਾਈ ਫਿਰਦੇ ਨੇ, ਕੋਈ ਕੁਝ ਬੋਲੀ ਜਾਂਦਾ, ਕੋਈ ਕੁਝ ਬੋਲੀ। ਬਾਬਾ ਜੀ ਕੀ ਕਹਿ ਰਹੇ? ਠੀਕ ਕਿਸੇ ਉਰਦੂ ਦੇ ਵਿਦਵਾਨ ਨੇ ਕਿਹਾ, ਰਾਹ ਕਹੀਂ ਰਾਹੀ ਕਹੀਂ रहबर कहीं, यूं भी भला राह तय हुआ है कहीं। बाबा जी कुछ होर कह रहे, कहते गल सुनो, जे तुसी बेपरवाह होना तो परवाह के ही क्या कीजै। जन्म जन्म किछ लीजी लीजै रहा हो। साडी हालत की है? मन की मत मता गल मत्ता। असी ते अपने मन की मत करते।
ਜੋ ਸਾਨੂੰ ਚੰਗਾ ਲੱਗਦਾ ਸੀ ਉਹ ਕਰਾਂਗੇ। ਗੁਰਦੁਆਰਿਆਂ ਦੇ ਪ੍ਰਧਾਨ ਵੀ ਉਹ ਬਣ ਗਏ ਜਿਹੜੇ ਆਂਦੇ ਸ਼ਰਾਬ ਦਾ ਨਾਮ ਨਾ ਲਿਆ ਜੇ, ਕਿਉਂਕਿ ਉਹ ਆਪ ਪੀਂਦੇ ਹੋਣਗੇ ਤਾਂ ਹੀ ਨਾ, ਨਹੀਂ ਤੇ ਉਹ ਆਖਣ ਨਹੀਂ ਗੁਰੂ ਦੀ ਗੱਲ ਡਟ ਕੇ ਕਰੋ, ਜ਼ਰੂਰ ਕਰੋ। ਮਨ ਕੀ ਮਤ ਮਤਾ ਗਲ ਮੱਤਾ, ਜੋ ਕੁਛ ਬੋਲੀਐ ਸਭ ਖੱਤੋ ਖੱਤਾ। ਅਸੀਂ ਤੇ ਉਸ ਮਸਤ ਹਾਥੀ ਵਾਂਗੂ ਹੋ ਗਏ ਜਿਹੜਾ ਸ਼ਰਾਬ ਪੀ ਕੇ ਨਸ਼ੇ ਵਿੱਚ ਮਤਾ ਗਲੋ। ਬਸ ਫਿਰ ਜੋ ਕੁਝ ਮੂੰਹੋਂ ਬੋਲਦੇ ਆ ਖੱਤੋ ਖੱਤਾ, ਗਲਤ ਹੀ ਗਲਤ ਬੋਲੀ। ਦਿਨੋਂ ਦਿਨ ਹਾਲਤ ਨਿਗਰਦੀ ਜਾ ਰਹੀ। ਫਿਰ ਪਾਤਸ਼ਾਹ ਕਹਿੰਦੇ ਕਿਆ ਮੋਲ ਹੈ ਕੀਚੈ ਅਰਦਾਸ, ਪਾਪ ਪੁੰਨ ਦੋਇ ਸਾਖੀ ਪਾਸ। ਹੇ ਵਾਹਿਗੁਰੂ, ਤੇਰੇ ਅੱਗੇ ਅਰਦਾਸ ਵੀ ਕਰੀਏ ਤੇ ਕਿਹੜਾ ਮੂੰਹ ਲੈ ਕੇ ਕਰੀਏ। ਜੋ ਅਸੀਂ ਕਰਤੂਤਾਂ ਕੀਤੀਆਂ ਨੇ ਉੱਤੇ ਸਾਖੀ ਗਵਾਹ ਨਾਲ ਬੈਠੇ। ਬੜੇ ਧਿਆਨ ਨਾਲ ਸਮਝਣ ਵਾਲੀ ਗੱਲ। ਕਿਆ ਮੂੰਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ। ਸਾਖੀ ਦਾ ਮਤਲਬ ਹੈ ਗਵਾਹ। ਜੋ ਅਸੀਂ ਕਰਤੂਤਾਂ ਕੀਤੀਆਂ ਨੇ, ਪਾਪ ਪੁੰਨ ਚੰਗੇ ਮਾੜੇ, ਉਹ ਤਾਂ ਗਵਾਹ ਨੇ ਸਾਹਮਣੇ। ਤੇ ਅਸੀਂ ਕਿਹੜਾ ਮੂੰਹ ਲੈ ਕੇ ਅਰਦਾਸ ਕਰੀਏ। ਲੋੜ ਤੇ ਹੈ ਆਪਣੇ ਜੀਵਨ ਨੂੰ ਸਵਾਰਨ। ਇੱਕੋ ਹੀ ਤਰੀਕਾ ਰਹਿ ਗਿਆ ਜੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗਲ ਵਿੱਚ ਪੱਲਾ ਪਾਓ, ਚਤੁਰਾਈਆਂ ਛੱਡੋ ਤੇ ਕੀ ਆਖੋ, ਜੈਸਾ ਤੂੰ ਕਰੈ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। ਹੇ ਵਾਹਿਗੁਰੂ, ਇਹ ਤੇਰੇ ਹੱਥ, ਸਭ ਭਾਂਡੇ ਤੁਧੇ ਸਾਜੇ, ਵਿੱਚ ਵਸਤ ਹਰ ਥਾਲ। ਜੋ ਭਾਵੇਂ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰ। ਕਿਰਪਾ ਕਰੋ, ਤੁਹਾਡੇ ਤੋਂ ਬਿਨਾਂ ਹੋਰ ਸਾਡਾ ਕੋਈ ਆਸਰਾ ਨਹੀਂ। ਜੈਸਾ ਤੂੰ ਕਰੈ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। जेहि तू मत दें तेहि को पावै, तुद आपे भावै तिवै चलावै। साडी ते आस उम्मीद तुहाडे उत्ते, किरपा करो, बख्शिश करो। जेहि तू मत दें, ਜਿਹੋ जी तुसी मत दो तेहो ही को पावे। ਅਸੀਂ ਆਪਣੇ ਆਪ ਕੁਝ ਨਹੀਂ ਕਰ ਸਕਦੇ। ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਹੇ ਦਾਤਾ ਸਾਡੀ ਕੋਈ ਸਮਰੱਥਾ ਨਹੀਂ, ਸਾਡੀ ਤੇ ਅਰਦਾਸ ਹੈ ਤੁਹਾਡੇ ਚਰਨਾਂ ਵਿੱਚ। ਜੈਸਾ ਤੂੰ ਕਰੇ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। जेहि तू मत दे तेहि को पावै, तुद आपे भावै तिवै चलावै। हम बारक मुग्ध अजान पिता समझावेंगे, हाँ तुमरी करो नित आस कब मोए गल लावेंगे। कृपा करो। राग रतन परियां परवार, तिस विच उपजै अमृत सार। आख्या ये कीर्तन, ये राग रतन कहते हैं पुत्रां नूं, परियां कहते हैं उन्हां दीयां इस्त्रियां। ये सारा जो परिवार है ये साडी लई प्रेरणा है। कीर्तन करो। मैं ते पढ़िया गुरबाणी विच पातशाह कहंदे सब रस मिठे मन्ने सुने सालोणे, खट तुलसी मुख बोलना मारण नाद किए। छत्ती अमृत भाव एक जाको नदर करे। आख्या कीर्तन करो, रागां विच करो, रागणियां विच करो, करो पर तिस विच उपजै अमृत सार। ਉਹਦੇ ਵਿੱਚੋਂ श्रेष्ठ परमात्मा ਦਾ नाम रूपी अमृत होवे। नानक करते काहे तन माल। नानक जी फरमांदे ने ਇਹ है असली दौलत, ਇਹ है असली माल। नानक करते का ए धन माल, जे को बूझै ए विचार। जे कोई इस विचार ਨੂੰ ਬੁੱਝ ਲਵੇ, ਬਸ ਜਿਹੜਾ ਬੁੱਝ ਲਏਗਾ ਉਹ ਫਿਰ ਪਰਮਾਤਮਾ ਦੇ ਨਾਮ ਨਾਲ ਜੁੜੇਗਾ। ਤੇ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ
तो परवाह के ही क्या कीजै, जन्म जन्म किस लीजी लीजै। लो साध संगत, शब्द बहुत डूंगा है, मत बहुत छोटी है, पर जिन्नी गुरु ने समझ ਦਿੱਤੀ है। मैं ਇਹੋ ਹੀ ਬੇਨਤੀ ਕਰਾਂਗਾ, ਬਾਣੀ ਆਪ ਪੜੋ, ਵਿਚਾਰ ਕੇ ਪੜੋ ਤੇ ਬਾਣੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ। ਫਿਰ ਲੋਕ ਸੁਖੀਏ, ਪਰਲੋਕ ਸੁਹੇਲੇ ਬਣ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।